ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਆਪਣੀ ਨੈਕਸਟ ਵੀਡੀਓ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹਾਂ। ਤੇ ਅਸੀਂ ਕੱਲ ਦੀ ਵੀਡੀਓ ਵਿੱਚ ਡਿਸਕਸ ਕੀਤਾ ਸੀਗਾ ਕਿ ਜਿਹੜੇ ਸਾਡੇ ਸਪੀਕਿੰਗ ਤੇ ਰਾਈਟਿੰਗ ਦੇ ਕੁਝ ਕੁਐਰੀਜ਼ ਸੀਗੀਆਂ ਬੱਚਿਆਂ ਦੀਆਂ, ਮਤਲਬ ਜਿਹੜੀ ਮੋਸਟਲੀ ਬੱਚਿਆਂ ਦੀਆਂ ਕੁਐਰੀਜ਼ ਹੁੰਦੀਆਂ ਕਿ ਸਾਨੂੰ ਕੀ ਇਸ਼ੂ ਆਉਂਦਾ ਹੈ ਤੇ ਕੀ ਉਹਨਾਂ ਦਾ ਫੀਅਰ ਹੁੰਦਾ ਹੈ ਸਪੀਕਿੰਗ ਸੈਕਸ਼ਨ ਬਾਰੇ ਤੇ ਰਾਈਟਿੰਗ ਸੈਕਸ਼ਨ ਬਾਰੇ। ਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਸਾਡੇ ਪੀਟੀ ਦੇ ਰੀਡਿੰਗ ਦੇ ਕੁਝ ਕੁਐਸਚਨਸ ਨੇ ਬੱਚਿਆਂ ਦੇ, ਜਾਂ ਫਿਰ ਤੁਹਾਡੀ ਲਿਸਨਿੰਗ ਦੇ ਕੁਐਸਚਨਸ ਨੇ। ਤੇ ਪੀਟੀ ਦੇ ਮਤਲਬ ਹੈ ਜਿੰਨੇ ਵੀ ਸਟੂਡੈਂਟਸ ਨਾਲ ਮੇਰੀ ਇੰਟਰੈਕਸ਼ਨ ਹੋਈ ਹੈ ਜਾਂ ਜਿੰਨੇ ਮੈਂ ਵਿਊਜ਼ ਦੇਖੇ ਨੇ, ਤੇ ਸਾਰੇ ਬੱਚੇ ਕਹਿੰਦੇ ਨੇ ਕਿ ਰੀਡਿੰਗ ਬਹੁਤ ਟਫ ਹੈ। ਤੇ ਬੱਚਿਆਂ ਦਾ ਸਭ ਤੋਂ ਪਹਿਲਾ ਕੁਐਸਚਨ ਇਹ ਹੁੰਦਾ ਹੈ ਕਿ ਇਸ ਰੀਡਿੰਗ ਟਫ। ਤੇ ਮੇਰੇ ਅਕੋਰਡਿੰਗ ਰੀਡਿੰਗ ਨਹੀਂ ਟਫ ਹੈਗੀ, ਮਤਲਬ ਤੁਸੀਂ ਰੀਡਿੰਗ ਇੰਨੀ ਜ਼ਿਆਦਾ ਟਫ ਨਹੀਂ ਹੈਗੀ। ਜਿਵੇਂ ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀਗਾ ਕਿ ਜੇ ਤੁਹਾਡੀ ਵੋਕੈਬਲਰੀ ਬਹੁਤ ਜ਼ਿਆਦਾ ਸਟਰੋਂਗ ਹੈਗੀ ਹੈ, ਮਤਲਬ ਤੁਹਾਨੂੰ ਵੋਕੈਬਲਰੀ ਦੀ ਨੌਲੇਜ ਹੈ, ਤੁਸੀਂ ਆਪਣੀ ਵੋਕੈਬਲਰੀ ਤੇ ਕੰਮ ਕਰ ਰਹੇ ਹੋ, ਤੇ ਤੁਹਾਡੇ ਲਈ ਤਾਂ ਫਿਰ ਰੀਡਿੰਗ ਕੁਝ ਵੀ ਡਿਫਿਕਲਟ ਨਹੀਂ ਹੈਗੀ। ਕਿਉਂਕਿ ਜੇ ਤੁਸੀਂ ਰੀਡਿੰਗ ਸੈਕਸ਼ਨ ਦੀ ਗੱਲ ਕਰਦੇ ਹੋ ਤਾਂ ਉੱਥੇ ਰੀਡਿੰਗ ਦੇ ਜਿਹੜੇ ਆਪਣੇ ਮਾਰਕਸ ਨੇ ਉਹ ਸਿਰਫ 45 ਮਾਰਕਸ ਨੇ, ਤੇ ਬਾਕੀ 45 ਮਾਰਕਸ ਤਾਂ ਤੁਹਾਨੂੰ ਸਪੀਕਿੰਗ, ਲਿਸਨਿੰਗ ਤੇ ਰਾਈਟਿੰਗ ਦੇ ਵਿੱਚੋਂ ਮਿਲ ਰਹੇ ਹਨ। ਮਤਲਬ ਤੁਸੀਂ ਜੇ ਰੀਡਿੰਗ ਨੂੰ ਕਲੀਅਰ ਕਰਨਾ, ਮਤਲਬ ਤੁਹਾਡੀ ਕਿੰਨੇ ਮਾਰਕਸ ਦੀ ਰਿਕੁਆਇਰਮੈਂਟ ਹੈਗੀ ਹੈ, ਤੇ ਉਸ ਹਿਸਾਬ ਨਾਲ ਤੁਸੀਂ ਇਹ ਸੋਚਣਾ ਹੈ ਵੀ ਮੈਨੂੰ ਰੀਡਿੰਗ ਦੇ ਵਿੱਚ ਕਿੰਨੇ ਕੁ ਮਾਰਕਸ ਚਾਹੀਦੇ ਹੈ। ਤੇ ਜੇ ਤੁਸੀਂ ਆਪਣੀ ਵੋਕੈਬਲਰੀ ਤੇ ਵੀ ਕੰਮ ਕਰ ਰਹੇ ਹੋ, ਕਿਉਂਕਿ ਕੁਝ ਬੱਚਿਆਂ ਨੂੰ ਮੈਂ ਨੋਟਿਸ ਕੀਤਾ ਹੈ ਕਿ ਉਹ ਪੜ੍ਹਦੇ ਆ ਤਾਂ ਉਹ ਵੋਕੈਬਲਰੀ ਲਿਖ ਲੈਂਦੇ ਆ ਕਿ ਹਾਂ ਆ ਮੈਨੂੰ ਸਪੈਲਿੰਗ 'ਚ ਮੇਰੀ ਮਿਸਟੇਕ ਹੋ ਗਈ ਤੇ ਮੈਂ ਨੋਟ ਡਾਊਨ ਕਰ ਲਿਆ ਤੇ ਮੈਂ ਉਹਦਾ ਮੀਨਿੰਗ ਸਰਚ ਕਰ ਲਿਆ ਤੇ ਉੱਥੇ ਲਿਖ ਕੇ ਉਹਨਾਂ ਨੇ ਉੱਥੇ ਹੀ ਛੱਡਤਾ। ਬਟ ਅਗਰ ਤੁਸੀਂ ਉਸਨੂੰ ਉਸ ਤੋਂ ਬਾਅਦ ਰਿਵਾਈਜ਼ ਹੀ ਨਹੀਂ ਕੀਤਾ ਜਾਂ ਉਹਨੂੰ ਤੁਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਯੂਜ਼ ਹੀ ਨਹੀਂ ਕੀਤਾ ਕਿ ਮੈਂ ਉਹ ਵਰਡ ਕਿੱਥੇ ਯੂਜ਼ ਕਰ ਰਿਹਾ, ਤਾਂ ਫਿਰ ਉਸ ਚੀਜ਼ ਦਾ ਕੋਈ ਮਤਲਬ ਹੀ ਨਹੀਂ ਹੈਗਾ। ਤੇ ਜੇ ਰੀਡਿੰਗ ਨੂੰ ਤੁਸੀਂ ਈਜ਼ੀ ਕਰਨਾ ਹੈ ਤਾਂ ਤੁਹਾਡੀ ਵੋਕੈਬਲਰੀ ਸਟਰੋਂਗ ਹੋਣੀ ਚਾਹੀਦੀ ਹੈ, ਕਿਉਂਕਿ ਜੇ ਤੁਹਾਡੀ ਵੋਕੈਬਲਰੀ ਸਟਰੋਂਗ ਹੋਏਗੀ ਤਾਂ ਤੁਹਾਨੂੰ ਕੰਟੈਕਸਟ ਸਮਝ ਆਏਗਾ। ਕਿਉਂਕਿ ਰੀਡਿੰਗ ਦੇ ਵਿੱਚ ਕੰਟੈਕਸਟ ਬਹੁਤ ਮੈਟਰ ਕਰਦਾ ਹੈ। ਕੰਟੈਕਸਟ ਦਾ ਮਤਲਬ ਇਹ ਹੈ ਕਿ ਤੁਸੀਂ ਪੈਰਾਗ੍ਰਾਫ ਨੂੰ ਕਿੰਨੇ ਈਜ਼ੀਲੀ ਸਮਝ ਸਕਦੇ ਹੋ। ਕੰਟੈਕਸਟ ਇਜ਼ ਦਿਸ ਮੀਨਸ ਤੁਸੀਂ ਇੱਕ ਲਾਈਨ ਪੜ੍ਹੀ ਤੇ ਤੁਸੀਂ ਨੈਕਸਟ ਲਾਈਨ ਪੜ੍ਹ ਰਹੇ ਹੋ ਤਾਂ ਤੁਹਾਨੂੰ ਸਮਝ ਆ ਰਿਹਾ ਕਿ ਉਹਨੇ ਪਹਿਲੀ ਲਾਈਨ ਦੇ ਵਿੱਚ ਕੀ ਕਿਹਾ ਸੀ ਤੇ ਦੂਜੀ ਲਾਈਨ ਦੇ ਵਿੱਚ ਉਹ ਕੀ ਕਹਿ ਰਿਹਾ ਹੈ। ਤੇ ਕੰਟੈਕਸਟ ਦਾ ਮਤਲਬ ਇਹ ਹੈਗਾ। ਤੇ ਜੇ ਤੁਹਾਨੂੰ ਕੰਟੈਕਸਟ ਸਮਝ ਆ ਰਿਹਾ ਹੈ ਤਾਂ ਰੀਡਿੰਗ ਕੁਝ ਵੀ ਡਿਫਿਕਲਟ ਨਹੀਂ ਹੈਗੀ। ਤੇ ਕੰਟੈਕਸਟ ਤੁਹਾਨੂੰ ਤਾਂ ਹੀ ਸਮਝ ਆਏਗਾ ਅਗਰ ਤੁਹਾਡੀ ਵੋਕੈਬਲਰੀ ਬਹੁਤ ਜ਼ਿਆਦਾ ਸਟਰੋਂਗ ਹੈਗੀ ਹੈ। ਤੇ ਜੁੱਡਾ ਸਾਡਾ ਕੁਐਸਚਨ ਆਉਂਦਾ ਕਿ ਹਾਊ ਆਈ ਕੈਨ ਇੰਪਰੂਵ ਮਾਈ ਰੀਡਿੰਗ। ਤੇ ਮਤਲਬ ਬੱਚੇ ਰੀਡਿੰਗ ਕਰਦੇ ਆ ਬਟ ਫਿਰ ਵੀ ਉਹਨਾਂ ਦੀ ਸਕੋਰਿੰਗ ਨਹੀਂ ਆਉਂਦੀ, ਤੇ ਤੁਸੀਂ ਆਪਣੀ ਰੀਡਿੰਗ ਨੂੰ ਇੰਪਰੂਵ ਕਿਵੇਂ ਕਰ ਸਕਦੇ ਹੋ। ਤੇ ਰੀਡਿੰਗ ਨੂੰ ਇੰਪਰੂਵ ਕਰਨ ਦਾ ਸਭ ਤੋਂ ਪਹਿਲਾ ਇਹ ਤਰੀਕਾ ਹੈਗਾ ਜੋ ਮੈਂ ਆਪਣੀਆਂ ਲਾਸਟ ਵੀਡੀਓਜ਼ ਦੇ ਵਿੱਚ ਮੈਂਸ਼ਨ ਵੀ ਕੀਤਾ ਸੀਗਾ, ਪ੍ਰੈਕਟਿਸ ਪ੍ਰੈਕਟਿਸ ਐਂਡ ਪ੍ਰੈਕਟਿਸ। ਮੀਨਸ ਜਿੰਨੀ ਜ਼ਿਆਦਾ ਤੁਸੀਂ ਬਲੈਂਕਸ ਦੀ ਪ੍ਰੈਕਟਿਸ ਕਰ ਸਕਦੇ ਹੋ, ਕਿਉਂਕਿ ਜੇ ਤੁਸੀਂ ਆਪਣੀ ਵੋਕੈਬਲਰੀ ਨੂੰ ਇੱਕਦਮ ਮਤਲਬ ਪਹਿਲਾਂ ਤੁਸੀਂ ਕੋਈ ਉਹ ਐਫਰਟਸ ਨਹੀਂ ਕੀਤੇ ਆਪਣੀ ਵੋਕੈਬਲਰੀ ਤੇ, ਮਤਲਬ ਇੱਕਦਮ ਤੁਸੀਂ ਸੋਚਿਆ ਕਿ ਮੈਂ ਪੀਟੀ ਦਾ ਟੈਸਟ ਦੇਣਾ ਜਾਂ ਮੈਂ ਆਈਲੈਟਸ ਦਾ ਟੈਸਟ ਦੇਣਾ, ਤੇ ਤੁਸੀਂ ਇੱਕਦਮ ਸੋਚ ਰਹੇ ਹੋ ਕਿ ਬਸ ਮੈਨੂੰ ਹੁਣ ਸਾਰੀ ਵੋਕੈਬਲਰੀ ਆ ਜਾਏ, ਤਾਂ ਇੱਕਦਮ ਤੇ ਸਾਰੀ ਵੋਕੈਬਲਰੀ ਤੁਹਾਨੂੰ ਨਹੀਂ ਆਏਗੀ। ਤੇ ਤੁਹਾਡੀ ਵੋਕੈਬਲਰੀ ਇੰਪਰੂਵ ਕਿਵੇਂ ਹੋਏਗੀ, ਤਾਂ ਉਹ ਤੁਸੀਂ ਰੀਡਿੰਗ ਤੇ ਹੀ ਇੰਪਰੂਵ ਕਰ ਸਕਦੇ ਹੋ। ਮਤਲਬ ਅਗਰ ਮੈਂ ਗੱਲ ਕਰਾਂ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਦੀ, ਤੇ ਜਿੰਨੀ ਜ਼ਿਆਦਾ ਤੁਸੀਂ ਉਹਨਾਂ ਦੀ ਪ੍ਰੈਕਟਿਸ ਕਰ ਰਹੇ ਹੋ, ਮੰਨ ਲਓ ਤੁਸੀਂ ਦਿਨ ਵਿੱਚ 50 ਪੈਰਾਗ੍ਰਾਫ ਕਰ ਰਹੇ ਹੋ ਤੇ ਉੱਥੇ 50 ਪੈਰਾਗ੍ਰਾਫ ਦੇ ਵਿੱਚ ਬਹੁਤ ਸਾਰੇ ਡਿਫਰੈਂਟ ਵਰਡਸ ਹੋਣਗੇ, ਤੇ ਮੰਨ ਲਓ ਤੁਸੀਂ ਉਹ ਡਿਫਰੈਂਟ ਵਰਡਸ ਚੋਂ 10 ਜਾਂ 15 ਵਰਡਸ ਵੀ ਰੋਜ਼ ਸਿੱਖ ਰਹੇ ਹੋ ਤਾਂ ਤੁਹਾਡੀ ਵੋਕੈਬਲਰੀ ਇੰਪਰੂਵ ਹੋ ਰਹੀ ਹੈ। ਤੇ ਜਦੋਂ ਤੁਸੀਂ ਇੱਕ ਪੈਰਾਗ੍ਰਾਫ ਪੜ੍ਹ ਰਹੇ ਹੋ ਤਾਂ ਉਹ ਤੁਹਾਨੂੰ ਡਿਫਿਕਲਟ ਲੱਗੇਗਾ, ਫਿਰ ਤੁਸੀਂ ਦੂਜੇ ਤੇ ਆਓਗੇ, ਤੀਜੇ ਤੇ ਆਓਗੇ, ਤਾਂ ਸਿਮਿਲਰਲੀ ਤੁਹਾਨੂੰ ਉਹ ਈਜ਼ੀ ਲੱਗਣਾ ਸ਼ੁਰੂ ਹੋ ਜਾਏਗਾ। ਮਤਲਬ ਤੁਹਾਨੂੰ ਸਮਝ ਆ ਜਾਏਗਾ ਕਿ ਉਹ ਪੈਰਾਗ੍ਰਾਫ ਦੇ ਵਿੱਚ ਐਕਚੁਅਲ 'ਚ ਕੀ ਕਹਿ ਰਿਹਾ ਹੈ। ਕਿਉਂਕਿ ਰੀਡਿੰਗ ਦੇ ਵਿੱਚ ਕੁਝ ਵੀ ਡਿਫਿਕਲਟ ਨਹੀਂ ਹੈਗਾ। ਜੇ ਤੁਸੀਂ 2-3 ਲਾਈਨਸ ਇਕੱਠੀਆਂ ਪੜ੍ਹਦੇ ਹੋ ਤਾਂ ਉਹਨਾਂ 3 ਲਾਈਨਸ ਦੇ ਵਿੱਚ ਹੀ ਬਲੈਂਕ ਦਾ ਆਨਸਰ ਹੁੰਦਾ ਹੈ। ਮਤਲਬ ਉਹ ਆਨਸਰ ਤੁਹਾਨੂੰ ਤਾਂ ਹੀ ਮਿਲਦਾ ਜੇ ਤੁਹਾਡੀ ਵੋਕੈਬਲਰੀ ਪਤਾ ਹੈ ਤੇ ਤੁਹਾਨੂੰ ਵਰਡਸ ਦਾ ਮੀਨਿੰਗ ਪਤਾ ਹੈ ਕਿ ਇੱਥੇ ਕਿਹੜਾ ਵਰਡ ਫਿੱਟ ਹੋਏਗਾ। ਸੋ ਮਤਲਬ ਰੀਡਿੰਗ ਇਟਸ ਨਾਟ ਅ ਡਿਫਿਕਲਟ ਟਾਸਕ, ਬਿਕੋਜ਼ ਇਹਦੇ ਆਪਣੇ ਦਾ 45 ਮਾਰਕਸ ਹੀ ਨੇ। 45 ਤਾਂ ਇਹਨੂੰ ਇੱਧਰੋਂ ਉੱਧਰੋਂ ਦੂਜੇ ਸੈਕਸ਼ਨਸ ਦੇ ਵਿੱਚੋਂ ਕੰਟਰੀਬਿਊਟ ਹੋ ਰਹੇ ਹੈ। ਔਰ ਅਗਰ ਤੁਸੀਂ ਆਪਣੀ ਵੋਕੈਬਲਰੀ ਤੇ ਕੰਮ ਕਰ ਰਹੇ ਹੋ, ਤੁਹਾਨੂੰ ਕੰਟੈਕਸਟ ਦੀ ਸਮਝ ਆ ਰਹੀ ਹੈ। ਕੰਟੈਕਸਟ ਮਤਲਬ ਜੇ ਤੁਸੀਂ ਕੋਈ ਨਿਊਜ਼ਪੇਪਰ ਰੀਡ ਕਰਦੇ ਹੋ ਜਾਂ ਤੁਸੀਂ ਕੋਈ ਟਾਕਸ ਸੁਣਦੇ ਹੋ, ਮਤਲਬ ਤੁਸੀਂ YouTube ਤੋਂ ਕੋਈ ਮੋਟੀਵੇਸ਼ਨਲ ਟਾਕ ਸੁਣ ਰਹੇ ਹੋ ਜਾਂ ਫਿਰ ਤੁਸੀਂ ਕੋਈ ਮੂਵੀ ਦੇਖ ਰਹੇ ਹੋ, ਅਗਰ ਤੁਹਾਨੂੰ ਉਹ ਸਮਝ ਆ ਰਿਹਾ, ਮਤਲਬ ਤੁਸੀਂ ਰਿਲੇਟ ਕਰ ਪਾਉਂਦੇ ਹੋ, ਤਾਂ that is not a difficult task, means you can improve your reading skills. Next question is knowledge of grammar is important in reading? Yes, knowledge of grammar is important in case of reading as well as in writing and in the listening skills. Means
ਪੀਟੀ ਦੇ ਵਿੱਚ ਗ੍ਰਾਮਰ ਦਾ ਬਹੁਤ ਜ਼ਿਆਦਾ ਰੋਲ ਨਹੀਂ ਹੈਗਾ। ਮਤਲਬ ਹਾਂ ਤੁਹਾਨੂੰ ਬੇਸਿਕ ਨੌਲੇਜ ਗ੍ਰਾਮਰ ਦੀ ਪਤਾ ਹੋਣੀ ਚਾਹੀਦੀ ਹੈ, ਮਤਲਬ ਟੈਂਸਿਸ ਪਤਾ ਹੋਣੇ ਚਾਹੀਦੇ ਹੈ, ਕਿਹੜੇ ਟੈਂਸ ਦੇ ਨਾਲ ਕਿਹੜੀ ਵਰਬ ਯੂਜ਼ ਹੋ ਰਹੀ ਹੈ, ਪ੍ਰੈਜ਼ੈਂਟ ਨਾਲ ਕਿਹੜੀ ਵਰਬ ਯੂਜ਼ ਹੋ ਰਹੀ ਹੈ, ਪਾਸਟ ਨਾਲ ਕਿਹੜੀ ਹੋ ਰਹੀ ਹੈ, ਤੇ ਫਿਊਚਰ ਨਾਲ ਕਿਹੜੀ ਵਰਬ ਯੂਜ਼ ਹੋ ਰਹੀ ਹੈ, ਤੇ ਮਤਲਬ ਐਸ ਤੁਸੀਂ ਕਿੱਥੇ ਯੂਜ਼ ਕਰ ਰਹੇ ਹੋ। ਮਤਲਬ ਤੁਹਾਨੂੰ ਬੇਸਿਕ ਨੌਲੇਜ ਆਫ ਗ੍ਰਾਮਰ ਇਜ਼ ਮੈਂਡੇਟਰੀ ਇਨ ਕੇਸ ਆਫ ਪੀਟੀਈ। ਮਤਲਬ ਬਹੁਤ ਹਾਈ ਫਾਈ ਨੌਲੇਜ ਨਹੀਂ ਹੋਣੀ ਚਾਹੀਦੀ ਗ੍ਰਾਮਰ ਦੀ, ਬਟ ਤੁਹਾਨੂੰ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ। ਤਾਂ ਮੇਰੇ ਅਕੋਰਡਿੰਗ ਅਗਰ ਤੁਸੀਂ +2 ਤੋਂ ਬਾਅਦ ਵੀ ਐਗਜ਼ਾਮ ਦੇ ਰਹੇ ਹੋ ਤਾਂ +2 ਤੱਕ ਤੁਸੀਂ ਇੰਗਲਿਸ਼ ਪੜ੍ਹੀ ਹੁੰਦੀ ਹੈ, ਮਤਲਬ ਤੁਹਾਨੂੰ ਗ੍ਰਾਮਰ ਪਤਾ ਹੁੰਦੀ ਹੈ, ਤੇ ਉਹ ਤੁਹਾਡੇ ਲਈ ਕੋਈ ਡਿਫਿਕਲਟ ਟਾਸਕ ਨਹੀਂ ਹੈਗਾ ਕਿ ਹਾਂ ਹੁਣ ਮੈਂ ਗ੍ਰਾਮਰ ਮਤਲਬ ਕੋਲੋਕੇਸ਼ਨਸ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਕਿ ਕਿਹੜੀ ਕੋਲੋਕੇਸ਼ਨ ਕਿੱਥੇ ਯੂਜ਼ ਹੋ ਸਕਦੀ ਹੈ। ਮਤਲਬ ਬੇਸਿਕ ਰੂਲਸ ਤੁਹਾਨੂੰ ਗ੍ਰਾਮਰ ਦੇ ਪਤਾ ਹੋਣੇ ਚਾਹੀਦੇ ਹੈ ਕਿ ਤੁਸੀਂ ਕਿਵੇਂ ਯੂਜ਼ ਕਰਨੀ ਹੈ। ਸੋ ਗ੍ਰਾਮਰ ਦੀ ਨੌਲੇਜ ਇੰਪੋਰਟੈਂਟ ਹੈਗੀ ਹੈ, ਬਟ ਬਹੁਤ ਜ਼ਿਆਦਾ ਵਾਸਟ ਦੇ ਵਿੱਚ ਤੁਸੀਂ ਨਹੀਂ ਜਾਣਾ ਕਿ ਤੁਹਾਨੂੰ ਬਹੁਤ ਡੀਪਲੀ ਗ੍ਰਾਮਰ ਦੀ ਨੌਲੇਜ ਚਾਹੀਦੀ ਹੈ, ਉਹ ਚੀਜ਼ ਨਹੀਂ ਹੈਗੀ ਰੀਡਿੰਗ ਦੇ ਵਿੱਚ, ਮਤਲਬ ਪੀਟੀ ਦੇ ਕੇਸ ਵਿੱਚ। ਤੇ ਨੈਕਸਟ ਕੁਐਸਚਨ ਆਉਂਦਾ ਕਿ ਹਾਊ ਆਈ ਕੈਨ ਇੰਪਰੂਵ ਮਾਈ ਲਿਸਨਿੰਗ ਸਕਿੱਲਸ। ਜਦੋਂ ਤੁਸੀਂ ਆਪਣੀ ਲਿਸਨਿੰਗ ਨੂੰ ਇੰਪਰੂਵ ਕਰਨਾ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਲਿਸਨਿੰਗ ਦੇ ਕਿਹੜੇ ਟਾਸਕ ਇੰਪੋਰਟੈਂਟ ਨੇ। ਮਤਲਬ ਲਿਸਨਿੰਗ ਦੇ ਟੋਟਲੀ 8 ਟਾਸਕ ਨੇ, ਤੇ ਉਹਨਾਂ ਟਾਸਕ ਵਿੱਚ ਮੈਂ ਆਪਣੀ ਪਿਛਲੀ ਵੀਡੀਓਜ਼ ਦੇ ਵਿੱਚ ਵੀ ਡਿਸਕਸ ਕੀਤਾ ਸੀਗਾ ਕਿ ਸਭ ਤੋਂ ਪਹਿਲਾਂ ਟਾਸਕ ਸਮਰਾਈਜ਼ ਸਪੋਕਨ ਟੈਕਸਟ ਆਉਂਦਾ ਹੈ, ਫਿਰ ਲਿਸਨਿੰਗ ਫਿਲਿੰਗ ਦਾ ਬਲੈਂਕਸ ਆਉਂਦਾ ਹੈ, ਫਿਰ ਹਾਈਲਾਈਟ ਇਨਕਰੈਕਟ ਵਰਡਸ ਆਉਂਦਾ ਹੈ, ਤੇ ਲਾਸਟ ਵਿੱਚ ਆਉਂਦਾ ਹੈ ਰਾਈਟ ਫਰੋਮ ਡਿਕਟੇਸ਼ਨ। ਮੀਨਸ ਤੁਸੀਂ ਆਪਣਾ ਸਕੋਰ ਤਾਂ ਹੀ ਇੰਪਰੂਵ ਕਰ ਸਕਦੇ ਹੋ ਅਗਰ ਤੁਸੀਂ ਇਹਨਾਂ 4 ਸੈਕਸ਼ਨਸ ਤੇ ਕੰਮ ਕਰ ਰਹੇ ਹੋ। ਮਤਲਬ ਇਹ 4 ਸੈਕਸ਼ਨਸ ਤੁਹਾਡੇ ਪਰਫੈਕਟ ਹੋਣੇ ਚਾਹੀਦੇ ਹੈ। ਮੀਨਸ ਇਫ ਯੂ ਆਰ ਗੈਟਿੰਗ ਅਬਵ 70 or 70 in case of these 4 tasks, then you can improve your listening skills। ਮੀਨਸ ਅਗਰ ਤੁਸੀਂ ਲਿਸਨਿੰਗ ਦੀ ਰੋਜ਼ ਪ੍ਰੈਕਟਿਸ ਕਰ ਰਹੇ ਹੋ ਤਾਂ ਤੁਸੀਂ ਇਹਨਾਂ 4 ਟਾਸਕ ਦੀ ਹੀ ਪ੍ਰੈਕਟਿਸ ਕਰਨੀ ਹੈ। ਮਤਲਬ ਰਾਈਟ ਫਰੋਮ ਡਿਕਟੇਸ਼ਨ ਉਹ ਬਹੁਤ ਮੈਟਰ ਕਰਦੀ ਹੈ, ਬਹੁਤ ਜ਼ਿਆਦਾ ਮਾਰਕਸ ਕੰਟਰੀਬਿਊਟ ਕਰਦੀ ਹੈ, ਲਿਸਨਿੰਗ ਦੇ ਵਿੱਚ ਵੀ ਕਰਦੀ ਹੈ, ਤੇ ਤੁਹਾਡਾ ਰਾਈਟਿੰਗ ਦੇ ਵਿੱਚ ਵੀ ਕੰਟਰੀਬਿਊਟ ਕਰਦੀ ਹੈ। ਸਿਮਿਲਰਲੀ ਜਿਹੜੇ ਤੁਹਾਡੇ ਹਾਈਲਾਈਟ ਇਨਕਰੈਕਟ ਵਰਡਸ ਹੈ ਤਾਂ ਮੇਰੇ ਅਕੋਰਡਿੰਗ ਉਹ ਤੁਹਾਡੇ ਫ੍ਰੀ ਦੇ ਮਾਰਕਸ ਹੈ। ਤੁਹਾਨੂੰ ਇੱਕ ਸਕਰੀਨ ਤੇ ਪੈਰਾਗ੍ਰਾਫ ਸ਼ੋ ਹੋ ਰਿਹਾ ਤੇ ਤੁਸੀਂ ਉਸ ਪੈਰਾਗ੍ਰਾਫ ਨੂੰ ਸੁਣ ਵੀ ਰਹੇ ਹੋ, ਤੇ ਤੁਸੀਂ ਉਹਨਾਂ ਦੋਨਾਂ ਦੇ ਵਿੱਚ ਮਿਸਮੈਚ ਕਰਕੇ ਮਤਲਬ ਜੋ ਸਪੀਕਰ ਨੇ ਬੋਲਿਆ ਤੇ ਉਸ ਪੈਰਾਗ੍ਰਾਫ ਦੇ ਵਿੱਚ ਕੀ ਗਲਤ ਹੈਗਾ ਤੁਸੀਂ ਜਸਟ ਉਹ ਹਾਈਲਾਈਟ ਕਰਨਾ ਹੈ। ਮਤਲਬ ਉਹ ਤੁਹਾਡੇ ਰੀਡਿੰਗ 'ਚ ਵੀ ਕੰਟਰੀਬਿਊਟ ਕਰਦਾ, ਤੇ ਮੇਰੇ ਅਕੋਰਡਿੰਗ ਉਹ ਲਿਸਨਿੰਗ ਔਰ ਰੀਡਿੰਗ ਦੇ ਫ੍ਰੀ ਦੇ ਨੰਬਰ ਨੇ। ਸੋ ਤੁਸੀਂ ਉਹੀ ਟਾਸਕ ਤੇ ਫੋਕਸ ਕਰਨਾ ਹੈ ਜਿਹੜੇ ਸਭ ਤੋਂ ਜ਼ਿਆਦਾ ਕੰਟਰੀਬਿਊਟ ਕਰ ਰਹੇ ਹੈ, ਤੇ ਬਾਕੀ ਟਾਸਕ ਤੁਸੀਂ 1-2 ਵਾਰ ਮਤਲਬ ਉਹਨਾਂ ਨੂੰ ਦੇਖ ਸਕਦੇ ਹੋ, ਕਿਉਂਕਿ ਉਹਦੇ 'ਚ ਜ਼ਿਆਦਾ ਪ੍ਰੈਕਟਿਸ ਦੀ ਲੋੜ ਵੀ ਨਹੀਂ ਹੁੰਦੀ ਔਰ ਜ਼ਿਆਦਾ ਕੰਟਰੀਬਿਊਟ ਵੀ ਨਹੀਂ ਕਰਦੇ ਹੋ ਮਤਲਬ ਤੁਹਾਡੇ ਲਿਸਨਿੰਗ ਦੇ ਵਿੱਚ ਜਾਂ ਕਿਸੇ ਹੋਰ ਸੈਕਸ਼ਨ ਦੇ ਵਿੱਚ, ਤੇ ਐਦਾਂ ਤੁਸੀਂ ਆਪਣੀ ਲਿਸਨਿੰਗ ਦੇ ਸਕੋਰਸ ਨੂੰ ਇੰਪਰੂਵ ਕਰ ਸਕਦੇ ਹੋ। ਤੇ ਨੈਕਸਟ ਕੁਐਸਚਨ ਆਉਂਦਾ ਕਿ ਹਾਊ ਆਈ ਕੈਨ ਡਿਵਾਈਡ ਮਾਈ ਟਾਈਮ ਆਫ ਲਿਸਨਿੰਗ। ਤੇ ਇਹ ਬੱਚਿਆਂ ਲਈ ਥੋੜਾ ਕ੍ਰੂਸ਼ੀਅਲ ਟਾਈਮ ਹੁੰਦਾ ਹੈ ਕਿ ਤੁਸੀਂ ਲਿਸਨਿੰਗ ਦੇ ਵਿੱਚ ਆਪਣਾ ਟਾਈਮ ਕਿਵੇਂ ਡਿਵਾਈਡ ਕਰਨਾ। ਵੈਸੇ ਤਾਂ ਉਹਨਾਂ ਨੇ ਲਿਖਿਆ ਹੁੰਦਾ ਕਿ 42 ਮਿੰਟਸ ਦਾ ਟਾਈਮ ਹੈਗਾ ਤੁਹਾਡੇ ਲਿਸਨਿੰਗ ਦੇ ਵਾਸਤੇ, ਬਟ ਐਕਚੁਅਲ ਐਗਜ਼ਾਮ 'ਚ ਤੁਹਾਨੂੰ 42 ਮਿੰਟਸ ਕਦੇ ਵੀ ਨਹੀਂ ਮਿਲਦੇ। 42 ਮਿੰਟਸ ਉਹ ਲਿਖਦਾ ਹੈ, ਬਟ ਉਹ ਸਮਰਾਈਜ਼ ਸਪੋਕਨ ਟੈਕਸਟ ਨੂੰ ਇਨਕਲੂਡ ਕਰਕੇ ਲਿਖਦਾ ਹੈ। ਸਮਰਾਈਜ਼ ਸਪੋਕਨ ਟੈਕਸਟ ਵਿੱਚ ਕੀ ਹੁੰਦਾ, ਤੁਹਾਨੂੰ 10 ਮਿੰਟ ਮਿਲਦੇ ਹੈ, ਉਹਨਾਂ 10 ਮਿੰਟ ਦੇ ਵਿੱਚ ਪਹਿਲਾਂ ਤੁਹਾਨੂੰ ਲੈਕਚਰ ਸੁਣਾਈ ਦੇਗਾ, ਮਤਲਬ ਆਡੀਓ ਸੁਣਾਈ ਦੇਗੀ, ਤੇ ਕਈ ਵਾਰ ਵੀਡੀਓ ਵੀ ਚੱਲਦੀ ਹੁੰਦੀ ਹੈ ਨਾਲ, ਬਟ ਤੁਸੀਂ ਉੱਥੇ ਕਨਫਿਊਜ਼ ਨਹੀਂ ਹੋਣਾ ਕਿਉਂਕਿ ਜਿੰਨੇ ਵੀ ਤੁਸੀਂ ਮੌਕ ਟੈਸਟ ਦਿੰਦੇ ਹੋ ਨਾ ਉੱਥੇ ਤੁਹਾਨੂੰ ਸਿਰਫ ਆਡੀਓ ਹੀ ਸੁਣਾਈ ਦਿੰਦੀ ਹੈ, ਬਟ ਜਦੋਂ ਆਪਾਂ ਫਾਈਨਲ ਐਗਜ਼ਾਮ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਤੁਹਾਨੂੰ ਵੀਡੀਓ ਵੀ ਦਿਖਦੀ ਹੈ। ਤਾਂ ਵੀਡੀਓ ਨੂੰ ਦੇਖਣ ਦਾ ਕੋਈ ਲੌਜਿਕ ਨਹੀਂ ਹੈ, ਮਤਲਬ ਤੁਸੀਂ ਇਹ ਫੋਕਸ ਨਹੀਂ ਕਰਨਾ ਕਿ ਮੈਂ ਵੀਡੀਓ ਦੇਖ ਲਾਂ ਤੇ ਉੱਥੇ ਤੁਸੀਂ ਲਿਖੋ ਕੁਛ ਵੀ ਨਾ, ਕਿਉਂਕਿ ਇਹ ਸਾਰੇ ਮੋਡਿਊਲ ਮੈਂ ਅੱਗੇ ਡਿਸਕਸ ਕਰਾਂਗੀ, ਤੇ ਤੁਸੀਂ ਸੁਣ ਕੇ ਉਹ ਲਿਖਣਾ ਹੈ, ਮਤਲਬ ਤੁਸੀਂ ਵੀਡੀਓ ਦੇਖਣ 'ਚ ਬਿਜ਼ੀ ਨਹੀਂ ਹੋਣਾ। ਤੇ ਮਤਲਬ ਉੱਥੇ ਲਿਖ ਕੇ ਤੁਹਾਨੂੰ ਉਹ ਸਾਰਾ ਟਾਈਮ 10 ਮਿੰਟ ਦੇ ਵਿੱਚ ਇਨਕਲੂਡ ਹੁੰਦਾ, ਮਤਲਬ ਜੋ ਤੁਸੀਂ ਸੁਣ ਰਹੇ ਹੋ 1 ਮਿੰਟ ਦੀ ਵੀਡੀਓ, ਫਿਰ ਤੁਸੀਂ ਜੋ ਆਪਣਾ ਲਿਖਿਆ ਉਹ ਸਪੈਲਿੰਗਸ ਚੈੱਕ ਕਰਨੇ, ਪਲੱਸ ਉਹਨੂੰ ਲਿਖਣਾ, ਫਿਰ ਉਹਨੂੰ ਦੁਬਾਰਾ ਰੀਚੈੱਕ ਕਰਨਾ ਕਿ ਮੈਂ ਠੀਕ ਲਿਖਿਆ। ਸੋ ਇਟ ਇਜ਼ ਇੰਪੋਰਟੈਂਟ ਕਿ ਤੁਸੀਂ 10 ਮਿੰਟ ਦੇ ਵਿੱਚ ਉਹ ਪਹਿਲਾਂ ਕਵਰ ਕਰ ਦਿਓ, ਬਟ 10 ਮਿੰਟ ਨਹੀਂ ਲੱਗਦੇ, 8 ਮਿੰਟ ਦੇ ਵਿੱਚ ਟਾਸਕ ਹੋ ਜਾਂਦਾ ਹੈ। ਤੇ ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਟਾਈਮ ਬਚਦਾ ਹੈ ਨਾ ਉਹ 30 ਮਿੰਟਸ ਬਚਦੇ ਹੈ ਜਾਂ 28 ਮਿੰਟਸ ਹੁੰਦੇ ਹੈ, ਤੇ ਤੁਸੀਂ ਇਹ ਅੱਗੇ ਜਾ ਕੇ ਡਿਸਾਈਡ ਕਰਨਾ ਹੈ ਕਿ ਤੁਸੀਂ ਸਭ ਤੋਂ ਜ਼ਿਆਦਾ ਟਾਈਮ
ਫਿਲਿੰਗ ਦਾ ਬਲੈਂਕਸ ਵਾਸਤੇ ਰੱਖਣਾ ਹੈ, ਹਾਈਲਾਈਟ ਇਨਕਰੈਕਟ ਵਰਡ ਵਾਸਤੇ ਰੱਖਣਾ ਹੈ, ਤੇ ਰਾਈਟ ਫਰੋਮ ਡਿਕਟੇਸ਼ਨ। ਮਤਲਬ ਜਦੋਂ ਤੁਹਾਡਾ ਲਾਸਟ ਟਾਸਕ ਆਉਂਦਾ ਹੈ ਨਾ ਰਾਈਟ ਫਰੋਮ ਡਿਕਟੇਸ਼ਨ, ਉੱਥੇ ਤੁਹਾਡੇ ਕੋਲ 6 ਮਿੰਟ ਬਚੇ ਹੋਣੇ ਚਾਹੀਦੇ ਹੈ, ਕਿਉਂਕਿ ਪਹਿਲਾਂ ਤੁਸੀਂ ਰਾਈਟ ਫਰੋਮ ਡਿਕਟੇਸ਼ਨ ਸੁਣੋਗੇ, ਫਿਰ ਤੁਸੀਂ ਲਿਖੋਗੇ, ਫਿਰ ਤੁਸੀਂ ਉਹਨੂੰ ਰੀਚੈਕ ਵੀ ਕਰੋਗੇ ਕਿ ਮੈਂ ਕੋਈ ਸਪੈਲਿੰਗ ਤਾਂ ਨਹੀਂ ਗਲਤ ਕਰਤਾ। ਸੋ ਜਿਹੜੇ ਵਿੱਚ ਵਾਲੇ 4 ਟਾਸਕ ਹੈ, ਮਤਲਬ ਜਿਹੜੇ ਤੁਹਾਡੇ MCQs ਨੇ, MCQ ਮਲਟੀਪਲ ਆਨਸਰ, MCQ ਸਿੰਗਲ ਆਨਸਰ, ਦੈਨ ਵਨ ਵਰਡ ਸੈਂਟੈਂਸ ਤੇ ਹਾਈਲਾਈਟ ਕਰੈਕਟ ਪੈਰਾਗ੍ਰਾਫ, ਉੱਥੇ ਤੁਸੀਂ ਆਪਣਾ ਟਾਈਮ ਵੇਸਟ ਨਹੀਂ ਕਰਨਾ। ਮਤਲਬ ਕਈ ਬੱਚੇ ਕੀ ਕਰਦੇ ਆ, ਉਹਨਾਂ ਨੇ ਲੈਕਚਰ ਸੁਣ ਲਿਆ, ਫਿਰ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਮੇਰਾ ਕਿਹੜਾ ਆਪਸ਼ਨ ਠੀਕ ਹੋਊਗਾ, ਤੇ ਉਹ ਲੱਗੇ ਰਹਿੰਦੇ ਆ ਮਤਲਬ ਉੱਥੇ ਦੇਖਣ ਕਿ ਹਾਂ ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ। ਜਦੋਂ ਮਾਰਕਸ ਹੀ ਤੁਹਾਡੇ ਬਹੁਤ ਲੀਸਟ ਕੰਟਰੀਬਿਊਟ ਕਰ ਰਹੇ ਆ, ਸੋ ਤੁਹਾਨੂੰ ਉੱਥੇ ਟਾਈਮ ਜ਼ਿਆਦਾ ਆਪਣਾ ਦੇਣ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ ਆਪਣਾ ਟਾਈਮ ਬਚਾਉਣਾ ਹਾਈਲਾਈਟ ਇਨਕਰੈਕਟ ਵਰਡ ਵਾਸਤੇ, ਰਾਈਟ ਫਰੋਮ ਡਿਕਟੇਸ਼ਨ ਵਾਸਤੇ, ਤੇ ਪਲੱਸ ਤੁਹਾਡੀਆਂ ਲਿਸਨਿੰਗ ਫਿਲਿੰਗ ਦਾ ਬਲੈਂਕਸ ਵਾਸਤੇ। ਸੋ ਇੱਦਾਂ ਤੁਸੀਂ ਆਪਣੇ ਟਾਈਮ ਨੂੰ ਡਿਵਾਈਡ ਕਰ ਸਕਦੇ ਹੋ। ਨੈਕਸਟ ਕੁਐਸਚਨ ਆਉਂਦਾ ਕਿ ਵਿਚ ਮੋਡਿਊਲਸ ਆਫ ਲਿਸਨਿੰਗ ਸੈਕਸ਼ਨ ਆਰ ਇੰਪੋਰਟੈਂਟ। ਇਹ ਮੈਂ ਤੁਹਾਡੇ ਨਾਲ ਪਹਿਲਾਂ ਹੀ ਡਿਸਕਸ ਕਰਤਾ ਸੀਗਾ ਕਿ ਕਿਹੜੇ ਕਿਹੜੇ ਮੋਡਿਊਲਸ ਇੰਪੋਰਟੈਂਟ ਹੈ। ਉਸ ਤੋਂ ਬਾਅਦ ਅਗਲਾ ਕੁਐਸਚਨ ਆਉਂਦਾ ਕਿ is grammar important in the listening section? As I already told you, grammar is important in case of written text or मतलब writing section as well as in listening section, and also it is equally important in the reading section. Yes, grammar is important for the PTE, but only the basic knowledge of grammar is sufficient, not a deep knowledge. Next question is which modules of listening and reading section having a negative marking? हाँ, रीडिंग ਤੇ ਲਿਸਨਿੰਗ ਦੇ ਵਿੱਚ ਨੈਗੇਟਿਵ ਮਾਰਕਿੰਗ ਹੁੰਦੀ ਹੈਗੀ ਹੈ। ਰੀਡਿੰਗ ਦੀ ਗੱਲ ਕਰੀਏ ਆਪਾਂ ਤਾਂ ਰੀਡਿੰਗ ਦੇ ਵਿੱਚ ਆਪਣੇ ਕੋਲ ਕੁਐਸਚਨ ਆਉਂਦਾ ਹੈ MCQ ਮਲਟੀਪਲ ਆਨਸਰਸ। ਮੀਨਸ ਤੁਹਾਡੇ ਕੋਲ ਇੱਕ ਪੈਰਾਗ੍ਰਾਫ ਹੋਏਗਾ ਤੇ ਤੁਸੀਂ ਉਸ ਪੈਰਾਗ੍ਰਾਫ ਤੇ ਕੁਐਸਚਨ ਦਿੱਤਾ ਹੋਏਗਾ, ਨੀਚੇ ਉਹਦੀਆਂ ਆਪਸ਼ਨਸ ਹੋਣਗੀਆਂ, ਉਸ ਆਪਸ਼ਨ ਦੇ ਵਿੱਚੋਂ ਤੁਸੀਂ ਮਲਟੀਪਲ ਆਪਸ਼ਨਸ ਨੂੰ ਚੂਜ਼ ਕਰਨਾ ਹੁੰਦਾ ਹੈ। ਤੇ ਤੁਸੀਂ ਅਗਰ ਤੁਸੀਂ ਮੰਨ ਲਓ ਤੁਸੀਂ 3 ਆਪਸ਼ਨਸ ਚੂਜ਼ ਕੀਤੀਆਂ ਤਾਂ ਉਹਦੇ ਚੋਂ ਤੁਹਾਡੀਆਂ 2 ਆਪਸ਼ਨਸ ਕਰੈਕਟ ਨੇ ਤੇ ਇੱਕ ਆਪਸ਼ਨ ਗਲਤ ਹੈ, ਤਾਂ ਤੁਹਾਡੀ ਨੈਗੇਟਿਵ ਮਾਰਕਿੰਗ ਹੋਏਗੀ। ਮੀਨਸ ਤੁਹਾਨੂੰ 3 ਨੰਬਰ ਦੀ ਜਗ੍ਹਾ 1 ਨੰਬਰ ਹੀ ਮਿਲੇਗਾ, ਕਿਉਂਕਿ ਇੱਕ ਤੁਹਾਡਾ ਗਲਤ ਹੋ ਗਿਆ ਤੇ ਇੱਕ ਉਹਨੇ 1 ਨੰਬਰ ਤੁਹਾਡਾ ਉੱਥੇ ਡਿਡਕਟ ਕਰਤਾ। ਬਟ ਇਹ ਧਿਆਨ ਰੱਖਣਾ ਕਿ ਉਹ ਸਿਰਫ ਉਸੇ ਕੁਐਸਚਨ ਦੀ ਨੈਗੇਟਿਵ ਮਾਰਕਿੰਗ ਲਏਗਾ। ਮੰਨ ਲਓ ਤੁਸੀਂ 3 ਆਪਸ਼ਨਸ ਟਿਕ ਕੀਤੀਆਂ ਜਾਂ 2 ਆਪਸ਼ਨਸ ਟਿਕ ਕੀਤੀਆਂ ਤੇ ਦੋਨੋਂ ਗਲਤ ਹੋ ਗਿਆ, ਤੇ ਬਸ ਉੱਥੇ ਉਹਦੇ 0 ਨੰਬਰ ਹੀ ਹੋਣਗੇ, ਉਹ ਮਾਈਨਸ ਨਹੀਂ ਜਾਏਗਾ ਜਾਂ ਫਿਰ ਉਹ ਕਿਸੇ ਹੋਰ ਮਤਲਬ ਕਿਸੇ ਹੋਰ ਟਾਸਕ ਤੋਂ ਮਾਰਕਸ ਨਹੀਂ ਡਿਡਕਟ ਕਰੇਗਾ। ਸਿਮਿਲਰਲੀ ਜੇ ਤੁਸੀਂ ਗੱਲ ਕਰੋ ਲਿਸਨਿੰਗ ਸੈਕਸ਼ਨ ਦੀ, ਤੇ ਲਿਸਨਿੰਗ 'ਚ ਵੀ ਐਵੇਂ ਹੀ ਹੋਏਗਾ। ਲਿਸਨਿੰਗ ਵਾਲੇ ਲਿਸਨਿੰਗ 'ਚ ਵੀ MCQ ਮਲਟੀਪਲ ਆਨਸਰਸ ਹੈ, ਉਹਦਾ ਵੀ ਸੇਮ ਹੈ, ਉੱਥੇ ਤੁਹਾਨੂੰ ਇੱਕ ਲੈਕਚਰ ਸੁਣਾਈ ਦਿੰਦਾ ਹੈ, ਉਹਦੇ ਵਿੱਚ ਵੀ ਸੇਮ ਫੰਡਾ ਹੈ। ਅਗਰ ਤੁਸੀਂ ਗਲਤ ਆਪਸ਼ਨ ਟਿਕ ਕਰਦੇ ਹੋ ਤਾਂ ਉਹਦੀ ਨੈਗੇਟਿਵ ਮਾਰਕਿੰਗ ਹੁੰਦੀ ਹੈ। ਪਲੱਸ ਲਿਸਨਿੰਗ ਦੇ ਵਿੱਚ ਨੈਗੇਟਿਵ ਮਾਰਕਿੰਗ ਹੁੰਦੀ ਹੈ ਹਾਈਲਾਈਟ ਇਨਕਰੈਕਟ ਵਰਡਸ ਦੀ। ਫॉर एग्जांपल ਤੁਸੀਂ ਇੱਕ ਪੈਰਾਗ੍ਰਾਫ ਲੈ ਰਹੇ ਹੋ ਤੇ ਉਹਦੇ ਵਿੱਚ 5 ਜਿਹੜੇ ਹੈਗੇ ਆ ਉਹ ਕਰੈਕਟ ਨੇ, ਬਟ ਤੁਸੀਂ 6 ਚੂਜ਼ ਕਰ ਲਏ ਤੇ 6ਵਾਂ ਤੁਹਾਡਾ ਇਨਕਰੈਕਟ ਹੈ। ਤਾਂ ਜਦੋਂ ਤੁਸੀਂ ਇਨਕਰੈਕਟ ਚੂਜ਼ ਕੀਤਾ ਤਾਂ ਤੁਹਾਡਾ ਜਿਹੜਾ 5ਵਾਂ ਕਰੈਕਟ ਸੀਗਾ ਉਹਦੇ ਨੰਬਰ ਘਟ ਗਏ। ਮੀਨਸ ਤੁਹਾਨੂੰ ਅਗਰ 6 ਨੰਬਰ ਮਿਲਣੇ ਸੀ ਤਾਂ ਤੁਹਾਨੂੰ 4 ਨੰਬਰ ਹੀ ਮਿਲਣਗੇ। ਸੋ ਨੈਗੇਟਿਵ ਮਾਰਕਿੰਗ ਹੈਗੀ ਹੈ ਤੇ ਇਹ ਇੰਪੋਰਟੈਂਟ ਹੈਗਾ। ਮਤਲਬ ਤਿੰਨਾਂ ਜਿਹੜੀ ਮੈਂ ਗੱਲ ਕੀਤੀ ਹੈ ਹੁਣੇ, ਤਿੰਨਾਂ ਦੇ ਵਿੱਚ ਇੰਪੋਰਟੈਂਟ ਹੈ ਕਿ ਜੇ ਤੁਸੀਂ ਸ਼ੋਰ ਹੋ ਕਿ ਇਹ ਬਿਲਕੁਲ ਠੀਕ ਹੈਗਾ ਤਾਂ ਹੀ ਤੁਸੀਂ ਉੱਥੇ ਟਿਕ ਕਰਨਾ ਹੈ। ਮਤਲਬ MCQ ਦੇ ਵਿੱਚ ਜਿਹੜਾ ਤੁਹਾਨੂੰ ਆਪਸ਼ਨ ਲੱਗ ਰਹੀ ਹੈ ਕਿ ਹਾਂ ਇਹ ਬਿਲਕੁਲ ਠੀਕ ਹੈ, ਤੁਸੀਂ ਉਸੇ ਆਪਸ਼ਨ ਤੇ ਟਿਕ ਕਰਨਾ ਹੈ। ਤੇ ਹਾਈਲਾਈਟ ਇਨਕਰੈਕਟ ਵਰਡਸ ਵੀ ਐਵੇਂ ਹੀ ਕਰਨਾ ਹੈ। ਐਂਡ ਬੀ ਕੇਅਰਫੁਲ, ਜਿਹੜਾ ਫਾਈਨਲ ਦੇ ਵਿੱਚ ਹਾਈਲਾਈਟ ਇਨਕਰੈਕਟ ਵਰਡ ਆਉਂਦਾ ਉਹ ਬਹੁਤ ਫਾਸਟ ਆਉਂਦਾ ਹੈ, ਮਤਲਬ ਹਲੇ ਤੁਸੀਂ ਧਿਆਨ ਨਾਲ ਪੜ੍ਹ ਵੀ ਨਹੀਂ ਰਹੇ ਹੁੰਦੇ, ਉਹ ਅਗਲੀ ਲਾਈਨ ਤੇ ਵੀ ਪਹੁੰਚ ਜਾਂਦਾ ਹੈ। ਸੋ ਤੁਹਾਨੂੰ ਫੋਕਸ ਆਪਣਾ ਮੇਨਟੇਨ ਕਰਕੇ ਰੱਖਣਾ ਪੈਂਦਾ ਹੈ ਇਹਨਾਂ ਸਾਰੀਆਂ ਮਤਲਬ ਟਾਸਕ ਦੇ ਵਿੱਚ। ਤੇ ਅੱਜ ਦਾ ਮਤਲਬ ਇਹੀ ਸੀਗੇ ਕੁਐਸਚਨਸ ਕਿ ਰੀਡਿੰਗ ਤੇ ਲਿਸਨਿੰਗ ਸੈਕਸ਼ਨ ਦੇ, ਤੇ ਲਾਸਟ ਵੀਡੀਓ ਵਿੱਚ ਮੈਂ ਡਿਸਕਸ ਕੀਤੇ ਸੀਗੇ ਸਪੀਕਿੰਗ ਤੇ ਰਾਈਟਿੰਗ ਸੈਕਸ਼ਨ ਦੇ ਕੁਐਸਚਨਸ। ਜੇ ਤੁਹਾਨੂੰ ਹੋਰ ਵੀ ਕੁਐਸਚਨਸ ਕੁਝ ਪ੍ਰੋਬਲਮ ਆ ਰਹੀ ਹੈ, ਤੁਹਾਡੇ ਹੋਰ ਵੀ ਕੁਐਸਚਨਸ ਨੇ, ਮਤਲਬ ਇਹ ਤਾਂ ਮੈਨੂੰ ਲੱਗਦਾ ਤੇ ਕਾਫੀ ਬੱਚਿਆਂ ਨਾਲ ਮੈਂ ਡਿਸਕਸ ਕੀਤਾ ਤੇ ਉਹਨਾਂ ਦੇ ਕੁਐਸਚਨਸ ਨੇ, ਜੇ ਤੁਹਾਡੇ ਆਪਣੇ ਕੋਈ ਹੋਰ ਕੁਐਸਚਨਸ ਨੇ ਤੁਸੀਂ ਡਿਸਕਸ ਕਰ ਸਕਦੇ ਹੋ ਤੇ ਮੈਨੂੰ ਮੇਲ ਕਰ ਸਕਦੇ ਹੋ, ਪਲੱਸ ਕਮੈਂਟ ਬਾਕਸ ਦੇ ਵਿੱਚ ਲਿਖ ਵੀ ਸਕਦੇ ਹੋ। ਤੇ ਪਲੀਜ਼ ਇਸ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੇਖਣਾ ਨਹੀਂ ਭੁੱਲਣਾ ਹੈਗਾ, ਤੇ ਸ਼ੇਅਰ ਦਿਸ ਵੀਡੀਓ ਜੇ ਕਿਸੇ ਨੂੰ ਇਸ ਵੀਡੀਓ ਤੋਂ ਕੋਈ ਬੈਨੀਫਿਟ ਮਿਲ ਸਕਦਾ ਹੈ। ਐਂਡ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ, ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ।